Good morning, students. So today is 12th November on day Thursday. So last day we started the new chapter, that is chapter number 18, pollution of air and water. So ਅਸੀਂ last day ਅਸੀਂ ਇਸ chapter ਨੂੰ start ਕੀਤਾ ਸੀ, ਠੀਕ ਹੈ. So ਅਸੀਂ page number 240 ਤੇ ਨੂੰ finish ਕੀਤਾ ਸੀ. Let's start continue with next page. So Buzu remember seeing a thick fog layer in the atmosphere. So ਕਾਫੀ ਇੱਕ atmosphere ਦੇ ਵਿੱਚ thick layer ਦੇਖਦਾ ਹੈ. So especially during winters ਦੇ ਵਿੱਚ like ਹੁਣ winters ਦਾ ਮੌਸਮ ਆ ਤਾਂ ਤੁਸੀਂ ਇਹਨੂੰ absorb ਕਰ ਸਕਦੇ ਹੋ. So this is a smog. ਉਹ ਕੀ ਹੈ? Smog. So which is made up of smoke, ਜੋ ਕਾਦੀ ਬਣੀ ਹੋਈ ਹੈ? Smoke ਦੀ and fog ਦੀ. ਸੋ ਸਮੋਕ ਮੇ ਕੰਟੇਨ ਆਕਸਾਈਡਸ ਆਫ ਨਾਈਟ੍ਰੋਜਨ. ਕਹਿੰਦੇ ਜਿਹੜੀ ਇਹ ਸਮੋਕ ਹੈ ਇਹਦੇ ਵਿੱਚ ਕੀ ਹੋ ਸਕਦੇ ਨੇ? ਆਕਸਾਈਡ ਆਫ ਨਾਈਟ੍ਰੋਜਨ ਵਿਚ ਕੰਬਾਈਨ ਵਿਦ ਅਦਰ 에ਅਰ ਪੋਲੂਟੈਂਟ ਐਂਡ ਫੋਗ ਟੂ ਫਾਰਮ ਸਮੋਕ. ਜਦੋਂ ਇਹ 에ਅਰ ਪੋਲੂਟੈਂਟ ਨਾਲ ਮਿਕਸ ਹੋ ਜਾਂਦੀ ਹੈ ਤੇ ਕੀ ਬਣਾ ਦਿੰਦੀ ਹੈ? ਸਮੋਕ. ਸੋ ਦ ਸਮੋਕ ਕਾਜ਼ਸ ਬ੍ਰੀਥਿੰਗ ਡਿਫਿਕਲਟੀਜ਼. ਸਾਨੂੰ ਬ੍ਰੀਥਿੰਗ ਪ੍ਰੋਬਲਮਸ ਹੁੰਦੀਆਂ ਲਾਈਕ ਅਸਥਮਾ, ਕਫ ਐਂਡ ਵੀਜ਼ਿੰਗ ਇਨ ਚਿਲਡਰਨ. So many industries are also responsible for causing air pollution. ਕੁਝ industries ਵੀ ਹੈਗੀਆਂ ਨੇ ਜੋ air pollution cause ਕਰਦੀਆਂ ਨੇ. So petroleum refineries are a major source of gaseous pollutants like sulfur dioxide. ਕਹਿੰਦੇ ਜਿੱਥੇ ਪੈਟਰੋਲੀਅਮ ਬਣਾਇਆ ਜਾਂਦਾ ਹੈ, ਨਿਕਲਦਾ ਹੈ, ਰਿਫਾਈਨ ਕੀਤਾ ਜਾਂਦਾ ਹੈ, ਕਲੀਨ ਕੀਤਾ ਜਾਂਦਾ ਹੈ, ਉੱਥੇ ਵੀ ਨੰਬਰ ਆਫ ਗੈਸਿਸ ਰਿਲੀਜ਼ ਹੁੰਦੀਆਂ ਲਾਈਕ atmosphere ਚ sulfur dioxide, nitrogen dioxide. So sulfur dioxide is produced by combustion of fuels. ਜਦੋਂ ਪਾਵਰ ਪਲਾਂਟਸ ਦੇ ਵਿੱਚ ਕੋਲ ਵਗੈਰਾ ਜਾਂ ਕੁਝ ਫਿਊਲਸ ਨੂੰ ਕੰਬਸ਼ਨ ਮਤਲਬ ਜਦੋਂ ਉਹਨੂੰ ਬਰਨ ਕੀਤਾ ਜਾਂਦਾ ਹੈ ਤਾਂ ਉਹਦੇ ਚ ਕੁਝ ਹਾਰਮਫੁਲ ਗੈਸਿਸ ਨਿਕਲਦੀਆਂ ਲਾਈਕ ਆ ਸਲਫਰ ਡਾਈਆਕਸਾਈਡ ਨਿਕਲਦੀ ਹੈ. ਸੋ ਜੋ ਕਿ ਸਾਨੂੰ ਰੈਸਪੀਰੇਟਰੀ ਪ੍ਰੋਬਲਮਸ ਕਰਦੀ ਆ, ਇੰਕਲੂਡਿੰਗ ਪਰਮਾਨੈਂਟ ਲੰਗ ਡੈਮੇਜ ਹੋ ਸਕਦਾ ਹੈ, ਠੀਕ ਹੈ. ਸੋ ਅਦਰ ਕਾਈਂਡਸ ਆਫ ਪੋਲੂਟੈਂਟਸ ਕਿਹੜੇ ਨੇ? ਲਾਈਕ ਆ ਕਲੋਰੋਫਲੋਰੋਕਾਰਬਨ. ਮੋਸਟ ਇੰਪੋਰਟੈਂਟ that is chlorofluorocarbon. ਜੋ ਅਸੀਂ ਰੈਫ੍ਰਿਜਰੇਟਰਸ, 에ਅਰ ਕੰਡੀਸ਼ਨਰਸ, ਐਰੋਸੋਲ ਸਪਰੇਅਸ ਮਤਲਬ ਐਰੋਪਲੇਨਸ ਦੇ ਵਿੱਚ ਵੀ ਜਿਨ੍ਹਾਂ ਨੂੰ ਯੂਜ਼ ਕਰਦੇ ਆ. ਸੋ ਇੱਕ ਗੈਸ ਆ ਕਲੋਰੋਫਲੋਰੋਕਾਰਬਨ ਬੇਟਾ ਜੋ ਐਜ਼ ਅ ਪੋਲੂਟੈਂਟ ਮੰਨੀ ਜਾਂਦੀ ਹੈ. ਕਿਉਂ ਪੋਲੂਟੈਂਟ ਮੰਨੀ ਜਾਂਦੀ? ਬਿਕੋਜ਼ ਇਹ ਸਾਡੀ ਓਜ਼ੋਨ ਲੇਅਰ ਨੂੰ ਖਤਮ ਕਰ ਰਹੀ ਹੈ. ਸੋ ਵਟ ਇਜ਼ ਦੈਟ ਓਜ਼ੋਨ ਲੇਅਰ? ਓਜ਼ੋਨ ਲੇਅਰ ਉਹ ਹੈ ਬੇਟਾ ਜੋ ਸਾਨੂੰ ਅਲਟਰਾਵਾਇਲਟ ਰੇਜ਼, ਜੋ ਹਾਰਮਫੁਲ ਅਲਟਰਾਵਾਇਲਟ ਰੇਜ਼ ਆ ਜੋ ਸਨ ਵੱਲੋਂ ਆਉਂਦੀਆਂ ਨੇ ਉਹਨਾਂ ਤੋਂ ਸਾਨੂੰ ਪ੍ਰੋਟੈਕਟ ਕਰਦੀ ਹੈ. ਸੋ ਅਗਰ ਇਹ ਵਾਲੀ ਗੈਸ ਜਿਵੇਂ ਹੁਣ ਅਸੀਂ ਏਸੀ ਵਗੈਰਾ ਕਾਫੀ ਯੂਜ਼ ਕਰਦੇ ਹਾਂ ਤਾਂ ਇਹ ਵਾਲੀ ਗੈਸ ਕੀ ਕਰਦੀ ਆ? ਜਦੋਂ ਏਸੀ ਚੋਂ ਰਿਲੀਜ਼ ਹੁੰਦੀ ਆ ਤਾਂ ਜਦੋਂ ਇਹ ਐਟਮੋਸਫੇਅਰ ਚ ਜਾਂਦੀ ਆ ਤਾਂ ਓਜ਼ੋਨ ਲੇਅਰ ਦੇ ਵਿੱਚ ਹੋਲ ਕਰਦੀ ਜਾ ਰਹੀ ਹੈ, ਜਿਹਦੇ ਕਰਕੇ ਸਨਲਾਈਟ ਜ਼ਿਆਦਾ ਪਹੁੰਚ ਰਹੀ ਆ. ਇਹ ਵਾਲੀਆਂ ਰੇਜ਼ ਅਲਟਰਾਵਾਇਲਟ ਰੇਜ਼ ਅਰਥ ਤੇ ਜ਼ਿਆਦਾ ਪਹੁੰਚ ਰਹੀਆਂ ਜਿਹਦੇ ਕਰਕੇ ਪ੍ਰੋਬਲਮਸ ਹੋ ਰਹੀਆਂ ਨੇ. So in addition to the above mentioned gases, at automobiles which burn diesel and petrol also produce tiny particle which remain suspended in air for a long period. So ਕਹਿੰਦੇ automobiles ਵੀ ਜਦੋਂ ਡੀਜ਼ਲ ਬਰਨ ਕਰਦੇ ਆ, ਪੈਟਰੋਲ ਬਰਨ ਕਰਦੇ ਆ ਤਾਂ ਉਹਨਾਂ ਵਿੱਚੋਂ ਬਹੁਤ ਟਾਈਨੀ ਪਾਰਟੀਕਲਸ ਨਿਕਲਦੇ ਆ ਜੋ 에ਅਰ 'ਚ ਕਾਫੀ ਦੇਰ ਤੱਕ ਰਹਿੰਦੇ ਨੇ. ਸੋ ਦੇ ਰਿਡਿਊਸ ਵਿਜ਼ਿਬਿਲਿਟੀ. ਸਾਨੂੰ ਲਾਈਕ ਹੁਣ ਵਿੰਟਰਸ ਆ ਤੇ ਸਾਨੂੰ ਦਿਖਦਾ ਨਹੀਂ ਆ ਕਲੀਅਰ ਕਿ ਕਿਹੜਾ ਵਾਹੀਕਲ ਆ ਰਿਹਾ ਕਿਹੜਾ ਨਹੀਂ ਆ ਰਿਹਾ, ਬਿਕੋਜ਼ ਸਮੋਕ ਹੁੰਦੀ ਆ. ਲਾਈਕ ਸਮੋਕ ਦੇ ਵਿੱਚ ਕੁਝ ਡਸਟ ਪਾਰਟੀਕਲਸ, ਕੁਝ ਪੋਲੂਟੈਂਟਸ ਹੁੰਦੇ ਆ, ਗੈਸਿਸ ਹੁੰਦੀਆਂ ਨੇ ਜਿਹਦੇ ਕਰਕੇ ਉਹ ਬਹੁਤ ਹੀ ਜ਼ਿਆਦਾ ਡਾਰਕ ਵਾਈਟਿਸ਼ ਹੋ ਜਾਂਦਾ ਹੈ, ਜਿਹਦੇ ਕਰਕੇ ਸਾਨੂੰ ਦਿਖਦਾ ਹੀ ਨਹੀਂ ਹੈ ਕਲੀਅਰ. ਸੋ ਜਿੱਥੇ ਸਟੀਲ ਮੇਕਿੰਗ ਹੁੰਦੀ ਆ ਜਾਂ ਮਾਈਨਿੰਗ ਹੁੰਦੀ ਆ ਉਹਨਾਂ ਚੋਂ ਵੀ ਕੁਝ ਪਾਰਟੀਕਲਸ ਇਹੋ ਜਿਹੇ ਨਿਕਲਦੇ ਨੇ, ਠੀਕ ਆ, ਜੋ ਐਟਮੋਸਫੇਅਰ 'ਚ ਮਿਕਸ ਹੋ ਜਾਂਦੇ ਨੇ ਤੇ ਐਂਡ ਏਅਰ ਪੋਲੂਟ ਕਰਦੇ ਨੇ, ਠੀਕ ਹੈ. ਸੋ ਬੇਟਾ ਜੋ ਮੈਂ ਹੁਣ ਡਿਸਕਸ ਕੀਤਾ ਸੀ ਦੈਟ ਇਜ਼ 에ਅਰ ਪੋਲੂਸ਼ਨ ਬਾਰੇ ਡਿਸਕਸ ਕਰਿਆ ਸੀ. ਨਾਓ ਹੁਣ ਨੈਕਸਟ ਇਜ਼ ਕੇਸ ਸਟੱਡੀ, ਠੀਕ ਆ, ਦਾ ਤਾਜ ਮਹਿਲ. ਸੋ ਤਾਜ ਮਹਿਲ ਦੇ ਵਿੱਚ ਕਿਆ ਹੋਇਆ ਸੀ 에ਅਰ ਪੋਲੂਸ਼ਨ ਰਿਲੇਟਿਡ? ਸੋ ਓਵਰ ਦਾ ਪਾਸਟ 2 ਡਿਕੇਡਸ 200 ਸਾਲ ਪਹਿਲਾਂ, ਸੋ ਇੰਡੀਆਜ਼ ਮੋਸਟ ਫੇਮਸ ਟੂਰਿਸਟ ਅਟਰੈਕਸ਼ਨ ਜੋ ਤਾਜ ਮਹਿਲ ਸੀ ਆਗਰਾ ਦੇ ਵਿੱਚ ਹੈਜ਼ ਬਿਕਮ ਅ ਮੈਟਰ ਆਫ ਕੰਸਰਨ. ਕਾਫੀ ਜ਼ਿਆਦਾ ਇਹਨੂੰ ਸੀਰੀਅਸ ਲਿੱਤਾ ਗਿਆ ਇਸ ਚੀਜ਼ ਨੂੰ. ਕਿਆ ਇਸ਼ੂ ਸੀ? ਐਕਸਪਰਟ ਹੈਵ ਵਾਰਨਡ ਦੈਟ ਪੋਲੂਟੈਂਟਸ ਇਨ ਏਅਰ ਆਰ ਡਿਸਕਲਰਿੰਗ ਇਟਸ ਮਾਰਬਲ ਵਾਈਟ. ਜੋ ਤਾਜ ਮਹਿਲ ਉਹ ਵਾਈਟ ਮਾਰਬਲ ਦਾ ਬਣਿਆ. ਸੋ ਜੋ ਏਅਰ ਪੋਲੂਸ਼ਨ ਹੋਰ ਕਰਕੇ ਜੋ ਉਹਦੇ ਚ ਪੋਲੂਟੈਂਟ ਸੀ ਉਹਦੇ ਵਾਈਟ ਮਾਰਬਲ ਨੂੰ ਖਰਾਬ ਕਰ ਰਹੇ ਸੀ, ਪੀਲਾ ਪਈ ਜਾ ਰਿਹਾ ਸੀ, ਯੈਲੋਇਸ਼ ਪਈ ਜਾ ਰਿਹਾ ਸੀ. ਸੋ ਜੋ ਸਾਇੰਟਿਸਟ ਉਹਨਾਂ ਨੂੰ ਐਕਸਪਰਟਸ ਨੇ ਉਹਨਾਂ ਨੇ ਇਹ ਦੇਖਿਆ ਕਿ ਜਿਹੜਾ ਤੁਹਾਡਾ ਤਾਜ ਮਹਿਲ ਹੈ ਉਹਦਾ ਜਿਹੜਾ ਵਾਈਟ ਮਾਰਬਲ ਆ ਉਹ ਯੈਲੋਇਸ਼ ਡਿਸਕਲਰਿੰਗ ਹੋਈ ਜਾ ਰਿਹਾ ਬਿਕੋਜ਼ ਆਫ ਪੋਲੂਟੈਂਟ ਜੋ ਪਏ ਹੋਏ ਨੇ. ਲਾਈਕ ਸੋ ਦਾ
ਆਗਰਾ ਦੇ ਵਿੱਚ ਜੋ ਇੰਡਸਟਰੀਜ਼ ਹੈਗੀਆਂ ਨੇ ਜਿੱਥੇ ਆਟੋਮੋਬਾਈਲਸ ਬਣਦੇ ਨੇ, ਕੈਮੀਕਲਸ ਬਣਦੇ ਨੇ, ਸੋ ਸਪੈਸ਼ਲੀ ਦਾ ਮਥੁਰਾ ਆਇਲ ਰਿਫਾਈਨਰੀ ਹੈਗੀ ਆ, ਜਿਹਦੇ ਕਰਕੇ ਐਟਮੋਸਫੇਅਰ ਚ ਸਲਫਰ ਡਾਈਆਕਸਾਈਡ, ਨਾਈਟ੍ਰਸ ਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਹੈ। ਸੋ ਥੀਸ ਗੈਸ ਰਿਐਕਟ ਵਿਦ ਵਾਟਰ, ਜਦੋਂ ਵਾਟਰ ਵੈਪਰ ਨਾਲ ਰਿਐਕਟ ਕਰਦੀ ਹੈ ਐਟਮੋਸਫੇਅਰ ਦੇ ਵਿੱਚ ਤੇ ਸਲਫਿਊਰਿਕ ਐਸਿਡ ਤੇ ਨਿਟ੍ਰਿਕ ਐਸਿਡ ਬਣਾ ਦਿੰਦੀ ਆ। ਠੀਕ ਹੈ, ਸੋ ਇਹ ਜਿਹੜੇ ਐਸਿਡ ਆ ਇਹ ਰੇਨ ਦੀ ਫਾਰਮ ਦੇ ਵਿੱਚ ਜਦੋਂ ਅਰਥ ਤੇ ਆਂਦੇ ਆ, ਠੀਕ ਹੈ, ਜਿਹਨੂੰ ਅਸੀਂ ਐਸਿਡਿਕ ਰੇਨ ਬੋਲਦੇ ਆ। ਠੀਕ ਆ, ਜਦੋਂ ਇਹ ਮਾਰਬਲ ਤੇ ਪੈਂਦੀ ਆ ਤੇ ਮਾਰਬਲ ਨੂੰ ਕੀ ਕਰ ਦਿੰਦੀ ਆ, ਯੈਲੋਇਸ਼ ਕਰ ਦਿੰਦੀ ਆ। ਕਹਿਣ ਦਾ ਮਤਲਬ ਦਾ ਮਾਰਬਲ ਕੈਂਸਰ ਕਰ ਦਿੰਦੀ ਹੈ। ਠੀਕ ਹੈ, ਸੋ suspended particle matter so such as the soot particles emitted by Mathura, so ਕੁਛ oil refineries ਜੋ particles ਨਿਕਲਦੇ ਸੀ ਜੋ ਇਸ ਮਾਰਬਲ ਨੂੰ ਕਿਹੜੇ ਕਲਰ ਦਾ ਕਰ ਰਹੀਆਂ ਸੀ, ਵਾਈਟ ਤੋਂ yellow ਕਲਰ ਦਾ ਕਰ ਰਿਹਾ ਸੀ। The Supreme Court has taken several steps, so Supreme Court ਨੇ ਕਾਫੀ ਤਾਜ ਮਹਿਲ ਨੂੰ ਸੇਵ ਕਰਨ ਲਈ ਕਾਫੀ ਸਟੈਪਸ ਲਿੱਤੇ ਸੀ। So ordered industries to switch to cleaner fuels like CNG, LPG. Moreover, the automobiles should switch over to unleaded ਪੈਟਰੋਲ ਇਨ ਤਾਜ ਮਹਿਲ ਜ਼ੋਨ। ਸੋ ਉਹਨਾਂ ਨੇ ਕਿਹਾ ਕਿ ਕੁਝ ਇੰਡਸਟਰੀਜ਼ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ CNG LPG ਦੀ ਜਗ੍ਹਾ ਕੁਝ ਇਹੋ ਜਿਹੀ ਚੀਜ਼ਾਂ ਯੂਜ਼ ਕਰੋ ਜਿਨ੍ਹਾਂ ਚੋਂ ਸਲਫਰ ਡਾਈਆਕਸਾਈਡ ਐਂਡ ਨਾਈਟ੍ਰਸ ਡਾਈਆਕਸਾਈਡ ਦੀ ਮਾਤਰਾ ਬਹੁਤ ਘੱਟ ਰਿਲੀਜ਼ ਹੋਵੇ। ਸੋ ਡਿਸਕਸ ਵਿਦ ਯੋਰ ਐਲਡਰਸ and see what they have to say about the condition in the Taj Mahal 20-30 years ago. So ਆਪਣੇ ਜੋ ਘਰ ਦੇ ਕੁਝ ਮੈਂਬਰਸ ਉਹਨਾਂ ਨਾਲ ਡਿਸਕਸ ਕਰੋ ਕਿ 20-30 years ਪਹਿਲਾਂ ਉਹਨਾਂ ਨੂੰ ਕਿਹੜੀ ਪ੍ਰੋਬਲਮਸ ਉਹਨਾਂ ਨੂੰ ਸੁਣਨ ਚਾਹੀ ਸੀ ਤਾਜ ਮਹਿਲ ਦੇ ਰਿਲੇਟਡ, ਕਿਆ ਉਹਨਾਂ ਨੇ ਉਹ ਚੀਜ਼ ਦੇਖੀ ਸੀ, ਤੇ ਡੈਫੀਨੇਟਲੀ ਇਹ ਐਕਸਪੀਰੀਅੰਸ ਉਹਨਾਂ ਨਾਲ ਸ਼ੇਅਰ ਕਰੋ। ਠੀਕ ਹੈ, ਸੋ ਟੁਡੇ ਵੀ read the page that is 211, 241 and 242. So hope you clear this topic better. Thank you.